ਹਾਲ ਜੀ ਸਾਰਿਆਂ ਨੂੰ। ਇਸ ਸੰਸਾਰ ਦੇ ਵਿੱਚ ਵਿਰਲੀਆਂ ਹੀ ਰੂਹਾਂ ਹੁੰਦੀਆਂ ਨੇ ਜਿਹੜੀਆਂ ਸਭ ਦਾ ਧਿਆਨ ਪਰਮਾਤਮਾ ਵਾਲੀ ਤਰਫ ਖਿੱਚਦੀਆਂ ਨੇ। ਉਹਨਾਂ ਦਾ ਮਕਸਦ ਹੀ ਜੀਵਨ ਦੇ ਵਿੱਚ ਆਉਣਾ ਇਸ ਲਈ ਹੁੰਦਾ ਹੈ ਕਿ ਉਹ ਪਰਮਾਤਮਾ ਦਾ ਗਿਆਨ ਦੇ ਸਕਣ, ਜਿਹਦੇ ਨਾਲ ਉਹ ਸਾਰਿਆਂ ਨੂੰ ਪਰਮਾਤਮਾ ਦੇ ਦਰਸ਼ਨ ਹੋ ਸਕੇ। ਉਹਨਾਂ ਵਿੱਚੋਂ ਹੀ ਨਾਮ ਆਉਂਦਾ ਹੈ ਮਹਾਂਪੁਰਖ ਬਾਬਾ ਬਹਾਦਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਜਿਉਂਦਿਆਂ ਜੀ ਇਸ ਪਰਮਾਤਮਾ ਨੂੰ ਪਾਇਆ ਅਤੇ ਮੁਕਤ ਹੋ ਗਏ। ਉਹਨਾਂ ਨੇ ਇੱਕ ਚੀਜ਼ ਵੱਲ ਹੀ ਜ਼ੋਰ ਦਿੱਤਾ, ਸਾਰਿਆਂ ਨੂੰ ਇਹੀ ਉਪਦੇਸ਼ ਦਿੱਤਾ ਕਿ ਇਸ ਨੂੰ ਯਾਦ ਕਰੋ, ਯਾਦ ਕਰੋ, ਯਾਦ ਕਰੋ। ਬਹੁਤ ਹੀ ਸਹਿਜ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਸ਼ਬਦਾਂ ਵਿੱਚ ਕਿਹਾ ਕਿ ਯਾਦ ਨੂੰ ਅਸੀਂ ਇਹਦਾ ਅਹਿਸਾਸ ਵੀ ਕਹਿ ਸਕਦੇ ਹਾਂ, ਕਿਉਂਕਿ ਇਹ ਬੇਰੰਗਾ ਅਤੇ ਬੇਰੂਪਾ ਹੈ ਨਾ ਕੋਈ ਇਹਦਾ ਰੰਗ ਹੈ, ਨਾ ਰੂਪ ਹੈ, ਕੋਈ ਮੂਰਤ ਹੀ ਨਹੀਂ ਹੈ। ਬਸ ਹੈ ਤਾਂ ਸਿਰਫ ਇਹਦਾ ਇੱਕ ਅਹਿਸਾਸ, ਯਾਦ। ਔਰ ਜਦੋਂ ਇਹ ਇਨਸਾਨ ਦੇ ਅੰਦਰ ਵਸ ਜਾਂਦੀ ਹੈ ਤਾਂ ਫਿਰ ਕਦੀ ਵੀ ਭੁੱਲ ਕੇ ਇਹ ਬਾਹਰ ਨਹੀਂ ਜਾ ਸਕਦੀ। ਉਸ ਨੂੰ ਰਹਿ ਕੇ ਫਿਰ ਉਸ ਦੀ ਹੀ ਯਾਦ ਆਉਂਦੀ ਹੈ। ਹੁਣ ਕਈ ਕੁਐਰੀਜ਼ ਕਰਦੇ ਨੇ, ਹੁਣ ਜੋ ਕੁਐਸਚਨ ਮੇਰੇ ਕੋਲੋਂ ਆਇਆ ਕਿ ਬਾਬਾ ਜੀ ਨੇ ਕਿਹਾ ਹੈ ਹਰ ਵੀਡੀਓ 'ਚ ਯਾਦ, ਇਹਨੂੰ ਯਾਦ ਕਿਵੇਂ ਕਰੀਏ? ਦੇਖੋ, ਕਈ ਤਰੀਕੇ ਨੇ ਇਸ ਨੂੰ ਯਾਦ ਕਰਨ ਦੇ। ਕਈ ਤਾਂ ਸੈਟਿਸਫਾਈਡ ਹੋ ਜਾਂਦੇ ਹੈ ਇਹਦੀ ਸ੍ਰਿਸ਼ਟੀ ਦੇਖ ਕੇ, ਇਹਦੀ ਸ੍ਰਿਸ਼ਟੀ ਵਿੱਚ ਇਸਨੇ ਜੋ ਰਚਿਆ, ਜਿਹਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਨਾ। ਅਸੀਂ ਇੱਕ ਪੱਤੇ ਨੂੰ ਦੇਖਦੇ ਹਾਂ ਤਾਂ ਇਸ ਦੀ ਯਾਦ, ਪੇੜ ਪੌਦਾ, ਜੀਵ ਜੰਤੂ, ਪਾਣੀ, ਸਭ ਜੋ ਇਸਨੇ ਬਣਾਈਆਂ ਹਨ ਚੀਜ਼ਾਂ, ਉਸਨੂੰ ਯਾਦ, ਉਸਨੂੰ ਦੇਖ ਕੇ ਅਸੀਂ ਯਾਦ ਕਰ ਸਕਦੇ ਹਾਂ। ਅਤੇ ਕਈ ਇਸ ਚੀਜ਼ 'ਚ ਸੈਟਿਸਫਾਈਡ ਹੋ ਜਾਂਦੇ ਆ ਕਿ ਕਣ ਕਣ ਦੇ ਵਿੱਚ ਇਹ ਵਸਿਆ ਹੋਇਆ ਹੈ। ਉਸ ਨੂੰ ਜਦੋਂ ਉਸ ਦੀਆਂ ਬਣਾਈਆਂ ਚੀਜ਼ਾਂ ਨੂੰ ਵੇਖਣਾ ਤੇ ਯਾਦ ਆ ਜਾਣੀ। ਦੂਸਰਾ ਤਰੀਕਾ ਹੈਗਾ ਕਿ ਕੁਛ ਸਮਝ ਲਿਆ ਜਾਏ, ਪਰਮਾਤਮਾ ਦੇ ਥੋੜ੍ਹੇ ਦਰਸ਼ਨ ਹੋ ਜਾਣ ਕਿਸੇ ਦੇ ਦੁਆਰਾ, ਅਤੇ ਕੁਛ ਸਮਝ ਪਵੇ, ਕਿਉਂਕਿ ਇਸ ਨੂੰ ਸਮਝਣਾ ਬਹੁਤ ਹਰ ਕਿਸੇ ਦੀ ਵੱਸ ਦੀ ਗੱਲ ਨਹੀਂ ਹੈਗੀ, ਔਰ ਇਹਨੂੰ ਸਮਝਿਆ ਜਾ ਵੀ ਨਹੀਂ ਸਕਦਾ। ਸਾਡੀ ਅਕਲਾਂ ਸੋਚਾਂ ਤੋਂ ਨਾ ਇਹ ਚੀਜ਼ ਪਰੇ ਹੈ। ਅਤੇ ਮਹਾਂਪੁਰਖ ਆਉਂਦੇ ਨੇ, ਕੁਝ ਸਮਝਾਉਣ ਦੀ ਕੋਸ਼ਿਸ਼ ਕਰਦੇ ਹੈ, ਅਤੇ ਬਾਕੀ ਅਸੀਂ ਪ੍ਰਯਾਸ ਦੁਆਰਾ ਅੱਗੇ ਜਾ ਸਕਦੇ ਹਾਂ, ਜਿਵੇਂ ਧਿਆਨ। ਪਰ ਗੱਲ ਉੱਥੇ ਆ ਜਾਂਦੀ ਹੈ ਕਿ ਅਸੀਂ ਧਿਆਨ ਵੀ ਕਰਨਾ ਤਾਂ ਕਿਹਦਾ ਕਰੀਏ? ਵਾਹਿਗੁਰੂ ਵਾਹਿਗੁਰੂ ਬੋਲਣਾ ਹੈ ਤਾਂ ਕਿਸ ਨੂੰ ਯਾਦ ਕਰਦੇ ਹੋਏ ਵਾਹਿਗੁਰੂ ਬੋਲੀਏ? ਅਤੇ ਇਸ ਲਈ ਮੈਂ ਤੁਹਾਨੂੰ ਕੁਛ ਭਾਗਵਤ ਗੀਤਾ ਵੱਲ ਲੈ ਕੇ ਜਾਣਾ ਚਾਹਾਂਗੀ, ਜਿੱਥੇ ਤੱਕ ਮੈਨੂੰ ਸਮਝ ਆਇਆ। ਦਾਸੀ ਬਸ ਥੋੜ੍ਹਾ ਬਹੁਤ ਦੱਸ ਹੀ ਸਕਦੀ ਹੈ, ਬਾਕੀ ਤਾਂ ਇਹਦੀਆਂ ਇਹੀ ਜਾਣੇ। ਅਸੀਂ ਤਾਂ ਬਸ ਇੱਕ ਜਿੱਥੇ ਤੱਕ ਸਮਝਿਆ, ਥੋੜ੍ਹੇ ਜਿਹੇ ਅਨੁਭਵ ਹੋਏ ਬਾਬਾ ਜੀ ਦੀ ਵੀਡੀਓਜ਼ ਦੇਖ ਕੇ, ਜਾਂ ਹੈ ਨਾ, ਜਿੱਦਾਂ ਵੀ ਕੁਝ ਥੋੜ੍ਹਾ ਬਹੁਤ, ਅਤੇ ਉਹੀ ਸਿਰਫ ਤੁਹਾਨੂੰ ਦੱਸਣਾ ਚਾਹ ਰਹੀ ਹੈ ਕਿ ਭਾਗਵਤ ਗੀਤਾ ਦੇ ਵਿੱਚ ਜਦੋਂ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਨੇ ਆਪਣਾ ਨਿਰਾਕਾਰ ਸਵਰੂਪ ਦਿਖਾਇਆ, ਅਤੇ
ਅਰਜੁਨ ਉਸਨੂੰ ਦੇਖ ਕੇ ਘਬਰਾ ਗਏ। ਕਹਿਣ ਲੱਗੇ, तेरे आगे को भी प्रणाम, तेरे पीछे को भी प्रणाम, तेरे दाएं को भी प्रणाम, तेरे बाएं को भी प्रणाम। इस चीज़ ਨੂੰ ਪਕੜੋ। ਕੀ ਉਸ ਦਾ ਮਤਲਬ ਹੋਇਆ ਕਿ ਚਾਰੋਂ ਤਰਫ ਸਾਡੇ ਕੀ ਇੰਨਾ ਵਿਸ਼ਾਲ ਇਹ, ਨਾ ਜਿਹਦਾ ਕੋਈ ਸਟਾਰਟਿੰਗ ਪੁਆਇੰਟ ਨਾ ਕੋਈ ਐਂਡ ਪੁਆਇੰਟ। ਆਗੇ ਕੋ ਵੀ ਪ੍ਰਣਾਮ ਕਰ ਰਿਹਾ, ਪਿੱਛੇ ਨੂੰ ਵੀ, ਦਾएं ਨੂੰ ਵੀ ਤੇ ਬਾएं ਨੂੰ ਵੀ। ਸਾਡੇ ਚਾਰੋਂ ਤਰਫ ਕੀ ਇਹ ਅਹਿਸਾਸ ਅਸੀਂ ਕਰ ਸਕਦੇ ਹਾਂ ਨਾ, ਜਦੋਂ ਅਸੀਂ ਬੈਠੇ ਹੋਈਏ ਹਰ ਪਲ ਇਹਦਾ ਅਹਿਸਾਸ ਕਿ ਸਾਡੇ ਚਾਰੋਂ ਤਰਫ ਕੀ ਹੈ। ਜੋ ਨਜ਼ਰ ਨਹੀਂ ਆ ਰਿਹਾ ਉਹੀ ਸਭ ਕੁਝ ਹੈ। ਤੇ ਦੂਸਰਾ, ਕ੍ਰਿਸ਼ਨ ਭਗਵਾਨ ਜੀ ਨੇ ਸਾਫ਼-ਸਾਫ਼ ਇਹ ਕਿਹਾ ਕਿ ਇਸ ਨੂੰ ਨਾ ਤੇ ਕੋਈ ਸ਼ਸਤਰ ਕੱਟ ਸਕਦਾ, ਨਾ ਇਸ ਨੂੰ ਅਗਨੀ ਜਲਾ ਸਕਦੀ ਹੈ, ਨਾ ਇਸ ਨੂੰ ਵਾਯੂ ਸੁਖਾ ਸਕਦੀ ਹੈ, ਤੇ ਨਾ ਹੀ ਪਾਣੀ ਗਲਾ ਸਕਦਾ ਹੈ। ਤੇ ਦੇਖੋ ਕੀ ਹੈ ਇਹ ਨਿਰੰਕਾਰ, ਜਿਹਦੇ ਤੇ ਕੋਈ ਅਸਰ ਹੀ ਨਹੀਂ। ਇਸ ਨੂੰ ਕੋਈ ਨਾ ਕੋਈ ਸ਼ਸਤਰ ਕੱਟ ਸਕਦਾ, ਨਾ ਕੁਛ ਵੀ ਨਹੀਂ, ਮਤਲਬ ਕੋਈ ਫਰਕ ਹੀ ਨਹੀਂ ਇਸ ਨੂੰ, ਮਤਲਬ ਸਥਿਰ ਹੈ ਬਿਲਕੁਲ। ਤੇ ਇਸ ਸਥਿਰ ਦੇ ਨਾਲ ਨਾਤਾ ਜੋੜ ਕੇ ਅਸੀਂ ਇਸ ਸਥਿਰ ਦੇ ਨਾਲ ਨਾਤਾ ਜੋੜ ਕੇ ਅਸੀਂ ਸਥਿਰ ਹੋਣ ਦੀ ਕੋਸ਼ਿਸ਼ ਕਰੀਏ। ਯਾਦ ਹੈ, ਯਾਦ ਨੂੰ ਕਿਸੇ ਤਰ੍ਹਾਂ ਵੀ ਅਸੀਂ ਯਾਦ, ਜਿੱਦਾਂ ਅਸੀਂ ਕਹਿੰਦੇ ਹਾਂ, ਜਿੱਦਾਂ ਮੈਂ ਤੁਹਾਨੂੰ 2 ਐਗਜ਼ੈਂਪਲਸ ਦਿੱਤੀਆਂ, ਜਾਂ ਜੋ 2 ਮੈਂ ਭਾਗਵਤ ਗੀਤਾ ਦੇ ਵਿੱਚੋਂ ਹੀ ਦੱਸਿਆ ਕਿ ਵੀ ਐਸਾ ਹੈ, ਤਾਂ ਇਸ ਦੇ ਲਈ ਕੁਝ ਡੈਪਥ ਦੇ ਵਿੱਚ ਜਾਣਾ ਚਾਹੇਗਾ, ਕਿਉਂਕਿ ਥੋੜ੍ਹਾ ਜਿਹਾ ਦਾਸੀ ਨੇ ਇੱਕ ਹਿੰਟ ਦਿੱਤਾ ਹੈ ਤੁਹਾਨੂੰ, ਤੇ ਬਾਕੀ ਤੁਸੀਂ ਆਪ ਖੁਦ ਇਸ ਨੂੰ ਸੋਚਣਾ ਹੈ, ਵਿਚਾਰਨਾ ਹੈ ਕਿ ਉਹਨਾਂ ਨੇ ਕੀ ਕਿਹਾ ਹੈ, ਕ੍ਰਿਸ਼ਨ ਭਗਵਾਨ ਜੀ ਕੀ ਕਹਿ ਰਹੇ ਨੇ, ਇਸ ਵੱਲ ਇਸ਼ਾਰਾ ਕਰਦੇ ਹੋਏ ਕੀ ਕਹਿ ਰਹੇ ਨੇ। ਬਸ ਇੱਕ ਛੋਟਾ ਜਿਹਾ ਮੈਂ ਜਿਹਨੂੰ ਕਹੋ ਕਿ ਪ੍ਰਯਾਸ ਕੀਤਾ ਹੈਗਾ ਤੁਹਾਨੂੰ ਸਮਝਾਉਣ ਦਾ। ਬਾਕੀ ਅਸੀਂ ਤਾਂ ਕੁਝ ਕਰ ਨਹੀਂ ਸਕਦੇ, ਸਮਝਾ ਨਹੀਂ ਸਕਦੇ। ਵੱਡੇ ਵੱਡੇ ਮਹਾਂਪੁਰਖ ਨੇ ਜਿਨ੍ਹਾਂ ਨੇ ਇੱਥੇ ਦ੍ਰਿਸ਼ਟੀ ਪਾਈ, ਤੇ ਮੈਂ ਕੁਛ ਥੋੜ੍ਹਾ ਜਿਹਾ ਬਸ ਐਕਸਪੀਰੀਅੰਸ, ਜੋ ਜਿੱਥੇ ਤੱਕ ਮੈਂ ਇਸ ਨੂੰ ਸਮਝਿਆ, ਤੇ ਉਹੀ ਬਸ ਮੈਂ ਤੁਹਾਡੇ ਸਾਹਮਣੇ ਰੱਖ ਰਹੀ ਹਾਂ ਕਿ ਯਾਦ ਕੀ ਹੈ। ਧੰਨਵਾਦ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ।